ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੀਗਾਰੂ ਜੈਤਾ ਭਲਾ, ਸੀਗਾਰੂ ਜੈਤਾ ਭੱਲਾ। ਸੂਰਬੀਰ ਮਨ ਪਰ ਉਪਕਾਰਾ, ਜੈਤਾ ਨੰਦਾ ਜਾਣੀਐ। ਪੁਰਖ ਪਿਰਾਗਾ ਸ਼ਬਦ ਆਧਾਰਾ, ਤਿਲਕ ਤਿਲੋਕਾ ਪਾਠ ਕਾ। ਸਾਧ ਸੰਗਤ ਸੇਵਾ ਹਿਤਕਾਰਾ, ਤੋਤਾ ਮਹਿਤਾ ਮਹਾਂਪੁਰਖ। ਗੁਰਮੁਖ ਸੁਖ ਫਲ ਸ਼ਬਦ ਪਿਆਰਾ, ਜੜੀਆ ਸਾਈਂ ਦਾਸ ਹੈ। ਸਭ ਕੁਲ ਹੀਰੇ ਲਾਲ ਅਪਾਰਾ, ਮਲਕ ਪੈੜਾ ਹੈ ਕੋਹਲੀ। ਦਰਗਹੁ ਭੰਡਾਰੀ ਅਤ ਭਾਰਾ, ਮੀਆਂ ਜਮਾਲ ਨਿਹਾਲ ਹੈ। ਭਗਤੁ ਭਗਤ ਕਮਾਵੈ ਕਾਰਾ, ਪੂਰਾ ਗੁਰ ਪੂਰਾ ਵਰਤਾਰਾ। ਪੂਰਾ ਗੁਰ ਪੂਰਾ ਵਰਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਸਰਵਣ ਕਰੀਏ। 11ਵੀਂ ਵਾਰ ਦੀ 28ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਜਿਹੜੇ ਸਤਿਗੁਰੂ ਦੇ ਕੋਲ ਸਿੱਖ ਰਹਿੰਦੇ ਸਨ, ਹਜ਼ੂਰੀ ਸਿੱਖ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹੈ। ਸੀਗਾਰੂ ਜੈਤਾ ਭੱਲਾ, ਸੂਰਬੀਰ ਮਨ ਪਰ ਉਪਕਾਰਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਭਾਈ ਸੀਗਾਰੂ ਅਤੇ ਭਾਈ ਜੈਤਾ ਭੱਲਾ ਇਹ ਵੱਡੇ ਸੂਰਬੀਰ ਯੋਧੇ ਸਨ ਔਰ ਮਨ ਵਿੱਚ ਸਦਾ ਹੀ ਪਰਉਪਕਾਰ ਦੀ ਧਾਰਨਾ ਰੱਖ ਕੇ ਚੱਲਣ ਵਾਲੇ ਸੀ। ਇਹ ਪਰਉਪਕਾਰੀ ਪਰਉਪਕਾਰ ਕਰਨ ਵਾਲੇ ਸਿੱਖ ਸਨ। ਜੈਤਾ ਨੰਦਾ ਜਾਣੀਐ, ਪੁਰਖ ਪਿਰਾਗਾ ਸ਼ਬਦ ਆਧਾਰਾ। ਭਾਈ ਜੈਤਾ, ਭਾਈ ਨੰਦਾ ਅਤੇ ਭਾਈ ਪਿਰਾਗਾ ਇਹ ਗੁਰੂ ਕੇ ਪਿਆਰੇ ਸਿੱਖ ਜਾਣੇ ਜਾਂਦੇ ਸਨ ਔਰ ਇਹਨਾਂ ਗੁਰਸਿੱਖਾਂ ਨੂੰ ਸ਼ਬਦ ਦਾ ਹੀ ਆਸਰਾ ਸੀ। ਗੁਰੂ ਦੇ ਸ਼ਬਦ ਦੇ ਆਸਰੇ, ਗੁਰੂ ਦੇ ਉਪਦੇਸ਼ ਦੇ ਆਸਰੇ ਇਹ ਆਪਣਾ ਜੀਵਨ ਜਿਉਣ ਵਾਲੇ ਸਨ। ਤਿਲਕ ਤਿਲੋਕਾ ਪਾਠ ਕਾ, ਸਾਧ ਸੰਗਤ ਸੇਵਾ ਹਿਤਕਾਰਾ। ਭਾਈ ਤਿਲੋਕਾ, ਤਿਲਕ ਮੈਨੇ ਸ਼੍ਰੋਮਣੀ, ਪਾਠਕਾ ਮੈਨੇ ਪਾਠੀ। ਭਾਈ ਤਿਲੋਕਾ ਜੀ ਸ਼੍ਰੋਮਣੀ ਪਾਠੀ ਸਨ ਔਰ ਸਾਧ ਸੰਗਤ ਦੀ ਬਹੁਤ ਹਿੱਤ ਦੇ ਨਾਲ ਸੇਵਾ ਕਰਦੇ ਸੀ। ਇਹ ਗੁਰਬਾਣੀ ਸੁਣਾਇਆ ਕਰਦੇ ਸਨ ਗੁਰੂ ਕੀ ਸੰਗਤ ਨੂੰ। ਸੋ ਇਹ ਮਹਾਰਾਜ ਦੇ ਦਰਬਾਰ ਦੇ ਵਿੱਚ ਚੰਗੇ ਪਾਠੀ ਸਨ
ਗੁਰਬਾਣੀ ਨੂੰ ਗਾਉਣ ਵਾਲੇ, ਪੜ੍ਹਨ ਵਾਲੇ ਔਰ ਸਤਿਗੁਰੂ ਦੇ ਸ਼ਬਦ ਨੂੰ ਰਸਨਾ ਤੋਂ ਗਾ ਕੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਸੀ। ਸੋ ਭਾਈ ਤਿਲੋਕਾ ਜੀ ਇਹ ਪਾਠੀ ਸਨ। ਤੋਤਾ ਮਹਿਤਾ ਮਹਾਂਪੁਰਖ, ਗੁਰਮੁਖ ਸੁਖ ਫਲ ਸ਼ਬਦ ਪਿਆਰਾ। ਭਾਈ ਤੋਤਾ ਮਹਿਤਾ ਇਹ ਸ਼ਬਦ ਦੀ ਕਮਾਈ ਕਰਕੇ ਮਹਾਂਪੁਰਖ ਹੋਏ ਔਰ ਗੁਰਮੁਖ ਬਣ ਕੇ ਇਹਨਾਂ ਨੇ ਸ਼ਬਦ ਦੇ ਨਾਲ ਪਿਆਰ ਕਰਕੇ ਸਦੀਵੀ ਸੁੱਖ ਨੂੰ, ਸੁੱਖ ਫਲ ਨੂੰ ਪ੍ਰਾਪਤ ਕੀਤਾ। ਜੜੀਆ ਸਾਈਂ ਦਾਸ ਹੈ, ਸਭ ਕੁਲ ਹੀਰੇ ਲਾਲ ਅਪਾਰਾ। ਭਾਈ ਸਾਈਂ ਦਾਸ ਇਹ ਜੜੀਆ ਜਾਤ ਦੇ ਸਨ, ਸਭ ਕੁਲ ਹੀਰੇ ਲਾਲ ਅਪਾਰਾ। ਅਤੇ ਇਹ ਗੁਰਸਿੱਖ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਭ ਕੁਲਾਂ ਦੇ ਹੀਰੇ ਅਤੇ ਵੱਡੇ ਲਾਲ ਬਣੇ ਹੈ। ਵੱਡੇ ਲਾਲ ਬਣ ਕੇ ਇਹ ਗੁਰੂ ਕੇ ਸਿੱਖ ਚਮਕੇ ਹੈ। ਜਿਵੇਂ ਹੀਰੇ ਲਾਲ ਕੀਮਤੀ ਹੁੰਦੇ ਹੈ, ਇਹਨਾਂ ਦਾ ਵੀ ਜੀਵਨ ਬੜਾ ਅਮੋਲਕ ਹੈ। ਬੰਦਗੀ ਸਿਮਰਨ ਕਰਕੇ ਇਹਨਾਂ ਨੇ ਜੀਵਨ ਦੀ ਕਮਾਈ ਕੀਤੀ ਹੈ। ਮਲਕ ਪੈੜਾ ਹੈ ਕੋਹਲੀ, ਦਰਗਾਹ ਭੰਡਾਰੀ ਅਤ ਭਾਰਾ। ਇਸੇ ਤਰ੍ਹਾਂ ਮਲਕ ਪੈੜਾ ਇਹ ਕੋਹਲੀ ਜਾਤ ਦਾ ਇਹ ਬਹੁਤ ਵੱਡੇ ਗੁਰਮੁਖ ਪਿਆਰੇ ਹੋਏ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਇਹ ਵੱਡੇ ਭੰਡਾਰੀ ਹੋਏ ਹੈ। ਭਾਈ ਪੈੜਾ ਕੋਹਲੀ ਇਹ ਵੱਡੇ ਪ੍ਰਚਾਰਕ ਹੋਏ ਹੈ, ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਸਤਿਗੁਰੂ ਜੀ ਦੀ ਇਹਨਾਂ ਦੇ ਉੱਤੇ ਬਹੁਤ ਵੱਡੀ ਬਖਸ਼ਿਸ਼ ਸੀ। ਦਰਗਾਹ ਭੰਡਾਰੀ ਦਾ ਅਰਥ ਵਿਦਵਾਨਾਂ ਨੇ ਗੁਰੂ ਦੀ ਦਰਗਾਹ ਭਾਵ ਗੁਰੂ ਦੇ ਦਰਬਾਰ ਦੇ ਭੰਡਾਰੀ। ਰਸੋਈਆ ਜਿਵੇਂ ਭੋਜਨ ਤਿਆਰ ਕਰਦਾ ਹੈ, ਵਰਤਾਉਂਦਾ ਹੈ, ਇਹ ਗੁਰੂ ਸ਼ਬਦ ਦਾ ਲੰਗਰ ਲਾ ਕੇ ਵਰਤਾਉਣ ਵਾਲੇ। ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੈ ਖੱਟੀਐ। ਸੋ ਇਸ ਤਰ੍ਹਾਂ ਇਹ ਵੱਡੇ ਪ੍ਰਚਾਰਕ ਹੋਏ ਹੈ, ਗੁਰਸਿੱਖੀ ਦਾ ਪ੍ਰਚਾਰ ਕਰਦੇ ਸਨ। ਭਾਈ ਮਨੀ ਸਿੰਘ ਸਾਹਿਬ ਜੀ ਨੇ ਦਰਗਾਹ ਭੰਡਾਰੀ ਦਾ ਅਰਥ ਦਰਗਾਹ ਭੰਡਾਰੀ ਇੱਕ ਸਿੱਖ ਦੇ ਨਾਮ ਦਾ ਜ਼ਿਕਰ ਕੀਤਾ ਹੈ ਕਿ ਭਾਈ ਦਰਗਾਹ ਭੰਡਾਰੀ ਇਹ ਮਹਾਰਾਜ ਦਾ ਪਿਆਰਾ ਸਿੱਖ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਸੀ। ਸਤਿਗੁਰੂ ਜੀ ਨੇ 4 ਪ੍ਰਕਾਰ ਦੀ ਚਰਚਾ ਦੇ ਬਾਰੇ ਦੱਸਿਆ ਸੀ, ਵਾਦ, ਹੇਤ, ਜਲਪ ਅਤੇ ਵਿਤੰਡਾ। ਸੋ ਇਹਨੂੰ ਸਮਝਾਇਆ ਸੀ। ਸੋ ਇਹ ਗੁਰੂ ਕਾ ਸਿੱਖ ਵੱਡਾ ਪਿਆਰ ਵਾਲਾ ਹੋਇਆ ਹੈ। ਮੀਆਂ ਜਮਾਲ ਨਿਹਾਲ ਹੈ, ਭਗਤੂ ਭਗਤ ਕਮਾਵੈ ਕਾਰਾ। ਭਾਈ ਮੀਆਂ ਜਮਾਲ ਇਹ ਸਤਿਗੁਰੂ ਜੀ ਦੀ ਸਿੱਖੀ ਕਮਾ ਕਰਕੇ ਨਿਹਾਲ ਹੋਇਆ ਅਤੇ ਭਾਈ ਭਗਤੂ ਇਹ ਗੁਰਭਗਤੀ ਦੀ ਕਾਰ ਕਮਾਉਂਦੇ ਸਨ। ਭਾਈ ਭਗਤੂ ਦਾ ਪ੍ਰਸੰਗ ਤਾਂ ਆਪ ਨੇ ਬਹੁਤ ਵਾਰਾਂ ਸਰਵਣ ਕੀਤਾ। ਬਾਬਾ ਆਦਮ ਜੀ ਨੂੰ ਸਤਿਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਸੀ, ਜਦੋਂ ਪੁੱਤਰ ਜਾਚਨਾ ਕੀਤੀ, ਸਾਹਿਬ ਨੇ ਕਿਹਾ ਭਗਤੀ ਦੀ ਅੰਸ਼ ਵਿੱਚੋਂ ਹੋਵੇਗਾ ਨਾਮ ਭਾਈ ਭਗਤੂ ਰੱਖਿਓ। ਅਤੇ ਫਿਰ ਭਾਈ ਭਗਤੂ ਨੇ 5ਵੇਂ ਪਾਤਸ਼ਾਹ ਵੇਲੇ, 6ਵੇਂ ਪਾਤਸ਼ਾਹ ਵੇਲੇ, 7ਵੇਂ ਪਾਤਸ਼ਾਹ ਵੇਲੇ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਕੀਤੀ। ਸੋ ਭਗਤੀ ਪਿਆਰੀ ਸੀ ਭਾਈ ਭਗਤੂ ਜੀ ਨੂੰ, ਭਗਤੀ ਦੀ ਕਾਰ ਕਰਦੇ ਸਨ। ਪੂਰਾ ਗੁਰ ਪੂਰਾ ਵਰਤਾਰਾ। ਸੋ ਇਸ ਤਰ੍ਹਾਂ ਪੂਰੇ ਗੁਰੂ ਦਾ ਪੂਰਾ ਵਰਤਾਰਾ ਜਿਹੜਾ ਹੈ ਉਹ ਗੁਰਸਿੱਖਾਂ ਦੇ ਵਿੱਚ ਵਰਤ ਰਿਹਾ ਹੈ। ਗੁਰੂ ਕੇ ਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਸਿਮਰਨ ਕਰਦੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਿੱਖਾਂ ਦੇ ਉੱਤੇ ਬਖਸ਼ਿਸ਼ ਕਰਦੇ। ਹੁਣ ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ 29ਵੀਂ ਪੌੜੀ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਦੇ ਜਿਹੜੇ ਸਿੱਖ ਹਨ, ਸਤਿਗੁਰੂ ਵੇਲੇ ਹੋਏ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹੈ। ਆਨੰਤਾ ਕੁਕੋ ਭਲੇ, ਸੋਭ ਵਧਾਵਣ ਹਨ ਸਿਰਦਾਰਾ। ਭਾਈ ਅਨੰਤਾ ਅਤੇ ਭਾਈ ਕੁੱਕੋ ਇਹ ਬਹੁਤ ਭਲੇ ਸਿੱਖ ਸਨ। ਭਲਾਈ ਸੀ ਇਹਨਾਂ ਦੇ ਜੀਵਨ ਦੇ ਵਿੱਚ,
ਸੋਭ ਵਧਾਵਣ ਹਨ ਸਰਦਾਰਾ। ਤੇ ਇਹ ਸਾਰੇ ਹੀ ਸਰਦਾਰ ਵਧਾਵਣ ਜਾਤੀ ਦੇ ਇਹ ਸ਼ੋਭਾ ਨੂੰ ਵਧਾਉਣ ਵਾਲੇ ਹੋਏ ਹੈ। ਗੁਰੂ ਸ਼ਬਦ ਦੇ ਨਾਲ ਪ੍ਰੀਤ ਕਰਕੇ ਜੀਵਨ ਨੂੰ ਜਿਉਣ ਵਾਲੇ ਹੋਏ ਹੈ। ਸੋ ਇਸ ਤਰ੍ਹਾਂ ਇਹ ਸ਼ੋਭਾ ਵਧਾਉਣ ਵਾਲੇ ਹੋਏ ਹੈ। ਇੱਟਾ ਰੋੜਾ ਜਾਣੀਐ ਨਵਲ ਨਿਹਾਲੂ ਸ਼ਬਦ ਵਿਚਾਰਾ। ਭਾਈ ਇੱਟਾ ਜੀ ਇਹ ਰੋੜਾ ਜਾਤੀ ਦੇ ਇਹ ਗੁਰੂ ਕੇ ਪਿਆਰੇ ਸਿੱਖ ਜਾਣੇ ਜਾਂਦੇ ਸਨ। ਨਵਲ ਨਿਹਾਲੂ ਸ਼ਬਦ ਵਿਚਾਰਾ। ਭਾਈ ਨਵਲ ਤੇ ਭਾਈ ਨਿਹਾਲੂ ਇਹ ਸ਼ਬਦ ਦੀ ਵਿਚਾਰ ਕਰਨ ਵਾਲੇ ਗੁਰੂ ਕੇ ਸਿੱਖ ਸਨ। ਸਦਾ ਸ਼ਬਦ ਦੀ ਵਿਚਾਰ ਕਰਦੇ ਸਨ। ਤਖਤੂ ਧੀਰ ਗੰਭੀਰ ਹੈ ਦਰਗਾਹੋ ਤੁਲੀ ਜਪੈ ਨਿਰੰਕਾਰਾ। ਭਾਈ ਤਖਤੂ ਇਹ ਧੀਰ ਜਾਤੀ ਦੇ ਸਨ ਅਤੇ ਬਹੁਤ ਇਹ ਗੰਭੀਰਤਾ ਵਾਲੇ ਗੁਰੂ ਕੇ ਸਿੱਖ ਹੋਏ ਹੈ। ਦਰਗਾਹ ਤੁਲੀ ਜਪੈ ਨਿਰੰਕਾਰਾ। ਇਸੇ ਤਰ੍ਹਾਂ ਭਾਈ ਦਰਗਾਹ ਜੀ ਤੁਲੀ ਜਾਤੀ ਦੇ ਸਨ ਅਤੇ ਸਦਾ ਹੀ ਨਿਰੰਕਾਰ ਨੂੰ ਪਰਮਾਤਮਾ ਨੂੰ ਇਹ ਜਪਣ ਵਾਲੇ ਸਨ। ਮਨਸਾ ਧਾਰ ਅਥਾਹੋ ਹੈ ਤੀਰਥ ਉਪਲ ਸੇਵਕ ਸਾਰਾ। ਭਾਈ ਮਨਸਾ ਧਾਰ ਜੀ ਅਥਾਹੋ ਹੈ ਬਹੁਤ ਡੂੰਘਿਆਈ ਵਾਲੇ ਔਰ ਡੂੰਘੇ ਵਿਚਾਰਾਂ ਵਾਲੇ ਸਨ। ਭਾਈ ਮਨਸਾ ਧਾਰ ਜੀ ਤੀਰਥ ਉਪਲ ਸੇਵਕ ਸਾਰਾ। ਅਤੇ ਭਾਈ ਤੀਰਥ ਇਹ ਉਪਲ ਜਾਤੀ ਦੇ ਸੋ ਇਹ ਮਨ ਦੇ ਵਿੱਚ ਸ੍ਰੇਸ਼ਟ ਭਾਵਨਾ ਧਾਰ ਕੇ ਗੁਰੂ ਦੀ ਸੇਵਾ ਕਰਦੇ ਸੀ। ਸਤਿਗੁਰੂ ਦੇ ਇਹ ਸੱਚੇ ਸੇਵਕ ਸਨ। ਕਿਸਨਾ ਝੰਜੀ ਆਖੀਐ ਪੰਮੂ ਪੁਰੀ ਗੁਰੂ ਕਾ ਪਿਆਰਾ। ਇਸੇ ਤਰ੍ਹਾਂ ਭਾਈ ਕਿਸਨਾ ਇਹ ਝੰਜੀ ਜਾਤੀ ਦੇ ਸਨ ਔਰ ਭਾਈ ਪੰਮੂ ਪੁਰੀ ਸਨ। ਇਹ ਵੀ ਇੱਕ ਜਾਤ ਹੈ ਪੁਰੀ। ਗੁਰੂ ਕਾ ਪਿਆਰਾ ਇਹ ਗੁਰੂ ਦੇ ਪਿਆਰੇ ਸਿੱਖ ਸਨ ਸਾਰੇ ਹੀ। ਧਿੰਗੜ ਮੱਧੂ ਜਾਣੀਅਨ ਵੱਡੇ ਸੁਜਾਨ ਤਖਾਣ ਅਪਾਰਾ। ਭਾਈ ਧਿੰਗੜ ਅਤੇ ਭਾਈ ਮੱਧੂ ਇਹ ਬਹੁਤ ਹੀ ਸੁਜਾਨ ਸਿਆਣੇ ਤਰਖਾਣ ਸਿੱਖ ਸਿੱਖੀ ਦੇ ਪਿਆਰ ਵਾਲੇ ਕਹੇ ਜਾਂਦੇ ਹੈ। ਭਾਈ ਧਿੰਗੜ ਭਾਈ ਮੱਧੂ ਇਹ ਤਰਖਾਣ ਸਨ ਔਰ ਬੜੇ ਸੂਝਵਾਨ ਅਤੇ ਸਿਆਣੇ ਸੀ। ਗੁਰੂ ਕੀ ਅਪਾਰ ਸਿੱਖੀ ਨੂੰ ਕਮਾਉਣ ਵਾਲੇ ਸਨ। ਬਨਵਾਲੀ ਤੇ ਪਰਸਰਾਮ ਬਾਲ ਵੈਦ ਹਉ ਤਿਨ ਬਲਿਹਾਰਾ। ਭਾਈ ਬਨਵਾਲੀ ਅਤੇ ਭਾਈ ਪਰਸਰਾਮ ਇਹ ਦੋਵੇਂ ਹੀ ਵੈਦਕ ਦੇ ਚੰਗੇ ਮਾਹਰ ਸਨ। ਵੱਡੇ ਵੈਦ ਸਨ। ਖਾਸ ਕਰਕੇ ਇਹ ਬਾਲ ਵੈਦ ਬੱਚਿਆਂ ਦੇ ਵੈਦ ਜ਼ਿਆਦਾ ਸੀ। ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਨੇ ਬੱਚਿਆਂ ਦੇ ਮਾਹਰ ਡਾਕਟਰ ਹੁੰਦੇ ਹੈ ਉੱਥੇ ਜਾਈਦਾ ਹੈ। ਇਸੇ ਤਰ੍ਹਾਂ ਇਹ ਬਾਲ ਵੈਦ ਬੱਚਿਆਂ ਦੇ ਵੈਦ ਬੜੇ ਮਾਹਰ ਸੀ। ਔਰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਰਹਿੰਦੇ ਮਹਾਰਾਜ ਜੀ ਇਹਨਾਂ ਨੂੰ ਉਪਦੇਸ਼ ਦਿੱਤਾ ਕਿ ਜੇ ਕਿਸੇ ਦੇ ਕੋਲ ਧਨ ਮਾਇਆ ਨਹੀਂ ਹੁੰਦੀ ਉਹਦਾ ਫਰੀ ਇਲਾਜ ਕਰਿਆ ਕਰੋ। ਸੋ ਇਹਨਾਂ ਨੇ ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ। ਵੱਖ ਵੱਖ ਥਾਵਾਂ 'ਤੇ ਵੀ ਜਾ ਕਰਕੇ ਇਹ ਇਲਾਜ ਕਰਦੇ ਸਨ ਰੋਗਾਂ ਦੀ ਨਿਵਰਤੀ। ਸੋ ਭਾਈ ਬਨਵਾਲੀ ਅਤੇ ਭਾਈ ਪਰਸਰਾਮ ਇਹ ਵੈਦ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੈਂ ਇਹਨਾਂ ਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ। ਸਤਿਗੁਰ ਪੁਰਖ ਸਵਾਰਨਹਾਰਾ। ਸਤਿਗੁਰੂ ਪੁਰਖ ਜੀ ਆਪ ਆਪਣੇ ਗੁਰਸਿੱਖਾਂ ਦੀ ਪੈਜ ਇੱਜ਼ਤ ਨੂੰ ਸਵਾਰਨ ਵਾਲੇ ਹੈ। ਇਹ ਜਿੰਨੇ ਵੀ ਸਿੱਖ ਗਿਣੇ ਇਸ ਪੌੜੀ ਦੇ ਵਿੱਚ ਇਹ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਮਾਉਂਦੇ ਅਤੇ ਆਪਣਾ ਜੀਵਨ ਸਫਲ ਕਰਦੇ ਸੀ। ਹੁਣ ਇਸ ਤੋਂ ਅੱਗੇ 30ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਕੁਝ ਹੋਰ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਕਰ ਰਹੇ ਹੈ। ਲਸ਼ਕਰ ਭਾਈ ਤੀਰਥਾ ਗਵਾਲੀਅਰ ਸੋਇਨੀ ਹਰਦਾਸ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖੋ
ਭਾਈ ਤੀਰਥਾ ਇਹ ਫੌਜ ਦੇ ਵਿੱਚ ਸਨ, ਨੌਕਰੀ ਕਰਿਆ ਕਰਦੇ ਸੀ। ਇਹ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਹੋਏ ਹੈ ਔਰ ਗਵਾਲੀਅਰ ਦੇ ਵਿੱਚ ਰਹਿੰਦੇ ਸਨ। ਗਵਾਲੀਅਰ ਸੋਇਨੀ ਹਰਦਾਸ, ਇਸੇ ਤਰ੍ਹਾਂ ਭਾਈ ਹਰਦਾਸ ਸੋਇਨੀ ਜਾਤ ਦੇ, ਇਹ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਹੋਏ ਹੈ ਔਰ ਇਹ ਵੀ ਗਵਾਲੀਅਰ ਦੇ ਵਿੱਚ ਸਨ। ਭਾਈ ਹਰਦਾਸ ਤਾਂ ਜਿਹੜਾ ਗਵਾਲੀਅਰ ਕਿਲ੍ਹਾ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕੈਦ ਵਿੱਚ ਰੱਖਿਆ ਗਿਆ ਔਰ ਹਕੂਮਤ ਵੱਲੋਂ ਬਹਾਨਾ ਇਹ ਲਾਇਆ ਸੀ ਵੀ ਸਾੜ ਸਤੀ ਦੂਰ ਕਰਨ ਵਾਸਤੇ ਤੁਸੀਂ ਉੱਥੇ 40 ਦਿਨ ਜਪ ਤਪ ਕਰੋ ਅਤੇ ਬਾਦਸ਼ਾਹ ਦੀ ਸਾੜ ਸਤੀ ਦੂਰ ਹੋ ਜਾਵੇਗੀ। ਜਹਾਂਗੀਰ ਦੀ, ਚੰਦੂ ਦੀ ਵੀ ਚਾਲ ਸੀ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਗਏ ਅਤੇ ਉੱਥੋਂ ਦਾ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਕੁਝ ਵੀ ਸਤਿਗੁਰੂ ਨੇ ਨਹੀਂ ਲਿਆ। ਨਾਲ ਦੇ ਜਿਹੜੇ ਸਿੱਖ ਸਨ ਉਹਨਾਂ ਨੂੰ ਬਾਹਰ ਜਾਣ ਦੀ ਖੁੱਲ੍ਹ ਸੀ, ਉਹ ਬਾਹਰ ਜਾਂਦੇ ਸਨ ਅਤੇ ਕੰਮ ਕਰਨਾ, ਦਿਹਾੜੀ ਕਰਨੀ, ਅਤੇ ਜੋ ਮਾਇਆ ਪ੍ਰਾਪਤ ਪੈਸੇ ਹੋਣੇ ਉਹਦੇ ਤੋਂ ਰਸਦ ਲੈ ਕੇ ਆਉਣੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਲੰਗਰ ਛਕਾਉਣਾ ਤਿਆਰ ਕਰਕੇ। ਕਿਉਂਕਿ ਜੇਲ੍ਹ ਦੇ ਵਿੱਚ ਜੋ ਇੱਥੇ ਖਾਣਾ ਦਿੱਤਾ ਜਾਂਦਾ ਸੀ ਉਹਦੇ ਵਿੱਚ ਬਹੁਤ ਜ਼ਹਿਰ ਐਸਾ ਹੁੰਦਾ ਸੀ ਜਿਹੜਾ ਹੌਲੀ ਹੌਲੀ ਬੰਦੇ ਦੇ ਸਰੀਰ ਨੂੰ ਖਾ ਜਾਂਦਾ ਸੀ। ਇਸ ਤਰ੍ਹਾਂ ਦੀ ਜ਼ਹਿਰ ਦੀ ਮਾਤਰਾ ਉੱਥੋਂ ਦੀ ਰੋਟੀ ਵਿੱਚ ਪਾਉਂਦੇ ਸਨ। ਤਾਂ ਮਹਾਰਾਜ ਨੇ ਉੱਥੋਂ ਦੀ ਰੋਟੀ ਜੇਲ੍ਹ ਦੀ ਨਹੀਂ ਖਾਧੀ। ਫਿਰ ਚੰਦੂ ਨੇ ਚਾਲ ਚੱਲੀ ਸੀ, ਇੱਕ ਚੋਲਾ ਭੇਜਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵਾਸਤੇ, ਉਹ ਜ਼ਹਿਰ ਵਾਲਾ ਸੀ। ਅਤੇ ਹਰਦਾਸ ਦਰੋਗੇ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ, ਅਤੇ ਉਹ ਉੱਥੋਂ ਦਾ ਦਰੋਗਾ ਸੀ ਜੇਲ੍ਹ ਦਾ, ਚੋਲਾ ਤਾਂ ਉਹ ਲੈ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸ ਦਿੱਤਾ, ਮਹਾਰਾਜ ਇਸ ਤਰ੍ਹਾਂ ਚੰਦੂ ਨੇ ਚੋਲਾ ਭੇਜਿਆ ਪਰ ਤੁਸੀਂ ਇਹ ਪਹਿਨਿਓ ਨਾ, ਇਹ ਜ਼ਹਿਰ ਵਾਲਾ ਹੈ। ਜਿਹੜਾ ਵੀ ਇਹਨੂੰ ਤਨ 'ਤੇ ਪਾਵੇਗਾ ਉਹਦਾ ਸਰੀਰ ਜਿਹੜਾ ਹੈ ਰੋਗੀ ਹੋ ਜਾਵੇਗਾ, ਚਮੜੀ ਦਾ ਵੱਡਾ ਰੋਗ ਹੋ ਜਾਵੇਗਾ। ਸੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਸ ਤਰ੍ਹਾਂ ਇਹ ਸੇਵਾ ਵਿੱਚ ਰਿਹਾ ਸੀ। ਭਾਈ ਹਰਦਾਸ ਸੋਇਨੀ ਅਤੇ ਗਵਾਲੀਅਰ ਵਿੱਚ ਰਹਿੰਦਾ ਸੀ। ਕਵੀ ਜੀ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ, ਲਸਕਰ ਭਾਈ ਤੀਰਥਾ ਗਵਾਲੀਅਰ ਸੋਇਨੀ ਹਰਦਾਸ। ਸੋ ਭਾਈ ਤੀਰਥਾ ਇਹ ਫੌਜ ਵਿੱਚ ਸਨ, ਗਵਾਲੀਅਰ ਸਨ, ਔਰ ਭਾਈ ਹਰਦਾਸ ਸੋਇਨੀ ਇਹ ਵੀ ਗਵਾਲੀਅਰ ਉੱਥੇ ਦਰੋਗੇ ਸਨ। ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਹੋਏ ਹੈ। ਭਾਵਾ ਧੀਰ ਉਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ। ਇਸੇ ਤਰ੍ਹਾਂ ਭਾਈ ਭਾਵਾ ਧੀਰ ਜਾਤੀ ਦੇ ਸਨ, ਇਹ ਉਜੈਨ ਦੇ ਵਿੱਚ ਰਹਿੰਦੇ ਸਨ। ਸਾਧ ਸੰਗਤ ਗੁਰ ਸ਼ਬਦ ਨਿਵਾਸ, ਸਾਧ ਸੰਗਤ ਵਿੱਚ ਗੁਰੂ ਸ਼ਬਦ ਦਾ ਨਿਵਾਸ, ਭਾਵ ਗੁਰੂ ਸ਼ਬਦ ਨੂੰ ਪ੍ਰਗਟ ਕਰਦੇ ਸੀ। ਭਾਈ ਭੀਵਾ ਜੀ ਉਜੈਨ ਵਿੱਚ ਰਹਿਣਾ, ਸਾਧ ਸੰਗਤ ਕਰਨੀ ਔਰ ਆਪ ਸ਼ਬਦ ਗਾ ਕੇ ਸੰਗਤ ਨੂੰ ਗੁਰੂ ਕਾ ਸ਼ਬਦ ਸੁਣਾਉਣਾ, ਅਥਵਾ ਆਪਣੇ ਹਿਰਦੇ ਵਿੱਚ ਸ਼ਬਦ ਦਾ ਨਿਵਾਸ ਕਰਦੇ ਸੀ। ਮੇਲ ਵੱਡਾ ਬੁਰਹਾਨਪੁਰ, ਸਨਮੁਖ ਸਿੱਖ ਸਹਿਜ ਪਰਗਾਸ। ਇਸੇ ਤਰ੍ਹਾਂ ਬੁਰਹਾਨਪੁਰ ਵੀ ਵੱਡਾ ਗੁਰਸਿੱਖਾਂ ਦਾ ਮੇਲ ਸੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਹੁਤ ਸਿੱਖ ਬੁਰਹਾਨਪੁਰ ਦੇ ਵਿੱਚ ਰਹਿੰਦੇ ਸਨ। ਜਦੋਂ ਆਪਾਂ ਹਜ਼ੂਰ ਸਾਹਿਬ ਜਾਂਦੇ ਹਾਂ ਨਾ ਆਪਣੇ ਨਿੱਜੀ ਸਾਧਨ 'ਤੇ, ਗੱਡੀ 'ਤੇ, ਬੱਸ 'ਤੇ, ਤਾਂ ਬੁਰਹਾਨਪੁਰ ਵੀ ਸੰਗਤਾਂ ਦਰਸ਼ਨ ਕਰਦੀਆਂ। ਕਲਗੀਧਰ ਮਹਾਰਾਜ ਜੀ ਨੇ ਵੀ ਇੱਥੇ ਚਰਨ ਪਾਏ ਸਨ। ਸਤਿਗੁਰੂ ਮਹਾਰਾਜ ਜਦੋਂ ਦੱਖਣ ਨੂੰ ਗਏ ਹੈ ਨਾਂਦੇੜ, ਤਾਂ ਬੁਰਹਾਨਪੁਰ ਰੋਕ ਕੇ ਗਏ ਆ ਸੰਗਤਾਂ ਨੂੰ ਨਿਹਾਲ ਕਰਕੇ। ਪਹਿਲੋਂ ਤੋਂ ਇੱਥੇ ਸਿੱਖੀ ਸੀ। ਸੋ ਅੱਜ ਕੱਲ੍ਹ ਇੱਥੇ ਸਤਿਗੁਰੂ ਦਾ ਪਵਿੱਤਰ ਇੱਕ ਸਵਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਹਦੇ ਉੱਤੇ ਕਲਗੀਧਰ ਮਹਾਰਾਜ ਜੀ ਦੇ ਦਸਤਖਤ ਹਨ। ਸੰਗਤਾਂ ਨੂੰ ਉਸ ਸਵਰੂਪ ਦੇ ਦਰਸ਼ਨ ਕਰਵਾਏ ਜਾਂਦੇ ਹੈ। ਉਹਦਾ ਹੁਣ ਹਰ ਰੋਜ਼ ਦਰਸ਼ਨ ਨਹੀਂ ਕਰਵਾਏ ਜਾਂਦੇ। ਉਹਨਾਂ ਨੇ PDF ਬਣਾਈ ਹੈ ਅਤੇ ਜਿੱਦਾਂ ਇੱਥੇ CD ਲੱਗੀ LED, ਉਹਦੇ ਵਿੱਚ ਦਰਸ਼ਨ ਕਰਵਾਉਂਦੇ ਹੈ। ਕਿਉਂਕਿ ਸੰਗਤਾਂ ਵੱਡੀ ਗਿਣਤੀ ਵਿੱਚ ਜਾਂਦੀਆਂ ਹਨ। ਜੇ ਸਾਰਾ ਦਿਨ ਇਸੇ ਤਰ੍ਹਾਂ ਦਰਸ਼ਨ ਕਰਵਾਉਂਦੇ ਰਹਿਣ ਅੰਗ ਥੱਲ ਕੇ,
ਤਾਂ ਜੋ ਪਵਿੱਤਰ ਅੰਗ ਹਨ ਉਹ ਫਿਰ ਪੁਰਾਤਨ ਸਰੂਪ ਹਨ, ਭੁਰਨ ਲੱਗ ਪੈਂਦੇ ਹੈ। ਇਸ ਲਈ ਉਹਨਾਂ ਸਰੂਪਾਂ ਦੀ ਸਾਂਭ ਸੰਭਾਲ ਵੀ ਚੰਗੀ ਤਰ੍ਹਾਂ ਕਰਨੀ ਬਣਦੀ ਹੈ, ਜੋ ਉੱਥੋਂ ਦੇ ਪ੍ਰਬੰਧਕ ਜਨ ਨਿਭਾ ਰਹੇ ਹੈ। ਸੋ ਬੁਰਹਾਨਪੁਰ, ਇੱਥੇ ਮੇਲ ਵੱਡਾ ਬੁਰਹਾਨਪੁਰ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਬੁਰਹਾਨਪੁਰ ਸਿੱਖਾਂ ਦਾ ਵੱਡਾ ਮੇਲ ਹੈ। ਸਨਮੁਖ ਸਿੱਖ ਸਹਿਜ ਪ੍ਰਗਾਸ, ਅਤੇ ਇੱਥੇ ਸਹਿਜ ਪਦ ਵਾਲੇ ਸਨਮੁਖ ਗੁਰੂ ਕੇ ਸਿੱਖ ਵਸਦੇ ਸਨ। ਭਗਤ ਭਈਆ ਭਗਵਾਨ ਦਾਸ, ਨਾਲ ਬੋਦਲਾ ਘਰੇ ਉਦਾਸ। ਭਈਆ ਭਗਵਾਨ ਦਾਸ ਇੱਕ ਹੀ ਸਿੱਖ ਦਾ ਨਾਮ ਹੈ, ਭਈਆ ਭਗਵਾਨ ਦਾਸ। ਅਤੇ ਨਾਲ ਹੀ ਇਹਨਾਂ ਦੇ ਭਾਈ ਬੋਦਲਾ ਜੀ, ਇਹ ਘਰ ਦੇ ਵਿੱਚ ਉਦਾਸ ਰਹਿਣ ਵਾਲੇ ਸਨਮੁਖ ਸਿੱਖ ਸੀ, ਭਾਵੇਂ ਗ੍ਰਸਤੀ ਸਿੱਖ ਸੀ। ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਬੰਦਗੀ ਕਰਦੇ, ਨਾਮ ਜਪਦੇ, ਧਰਮ ਦੀ ਕਿਰਤ ਕਰਦੇ ਸੀ। ਮਲਕ ਕਟਾਰੂ ਜਾਣੀਐ, ਪਿਰਥੀ ਮਲ ਜਰਾਹੀ ਖਾਸ। ਭਾਈ ਕਟਾਰੂ ਇਹ ਮਲਕ ਜਾਤੀ ਦੇ ਸਨ, ਔਰ ਭਾਈ ਪਿਰਥੀ ਮਲ ਇਹ ਗੁਰੂ ਕੇ ਜਿਹੜੇ ਸਿੱਖ ਹਨ ਜਰਾਹੀ ਹੋਏ ਹੈ। ਜਰਾਹੀ, ਜਰਾ ਭਾਵ ਜਿਹੜੇ ਜਿੱਦਾਂ ਜ਼ਖਮ ਹੋ ਜਾਂਦਾ ਨਾ ਸਰੀਰ 'ਤੇ, ਮਲਮ ਪੱਟੀ ਕਰਨ ਵਾਲੇ। ਸੋ ਇਹ ਜਰਾ ਹੋਏ ਹੈ, ਅਤੇ ਖਾਸ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਇਹ ਸਿੱਖ ਜਾਣੇ ਜਾਂਦੇ ਸੀ। ਭਗਤੂ ਸ਼ੁਰਾ ਵਖਾਣੀ ਹੈ, ਡੱਲੂ ਰਿਹਾਣੈ ਸਾਬਾਸ। ਭਾਈ ਭਗਤੂ ਸ਼ੁਰਾ ਜਾਤੀ ਦੇ, ਭਗਤੂ ਸ਼ੁਰਾ ਇਹਨਾਂ ਨੂੰ ਸਾਰੇ ਕਹਿੰਦੇ ਸਨ। ਭਾਈ ਭਗਤੂ ਸ਼ੁਰਾ ਅਤੇ ਭਾਈ ਡੱਲੂ ਰਿਹਾਣਾ, ਇਹ ਸਤਿਗੁਰੂ ਜੀ ਦੇ ਐਸੇ ਪਿਆਰੇ ਸਿੱਖ ਹੋਏ ਹੈ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਸ਼ਾਬਾਸ਼ ਮਿਲਦੀ ਰਹੀ ਹੈ। ਸਤਿਗੁਰੂ ਇਹਨਾਂ ਨੂੰ ਸ਼ਾਬਾਸ਼ ਦਿੰਦੇ ਰਹੇ, ਅਤੇ ਬੜੇ ਧੰਨਤਾ ਯੋਗ ਇਹ ਗੁਰੂ ਕੇ ਪਿਆਰੇ ਸਿੱਖ ਹੋਏ ਹੈ, ਭਗਤੂ ਸ਼ੁਰਾ ਅਤੇ ਡੱਲੂ ਰਿਹਾਣਾ। ਸੁੰਦਰ ਸੁਆਮੀ ਦਾਸ ਦੋਏ, ਵੰਸ ਵਧਾਵਣ ਕਵਲ ਵਿਗਾਸ। ਭਾਈ ਸੁੰਦਰ ਜੀ ਅਤੇ ਭਾਈ ਸੁਆਮੀ ਦਾਸ, ਇਹ ਦੋਵੇਂ ਹੀ ਸਿੱਖੀ ਦੀ ਵੰਸ ਨੂੰ ਵਧਾਉਣ ਵਾਲੇ ਹੋਏ ਹੈ, ਔਰ ਕਵਲ ਫੁੱਲ ਵਾਂਗ ਇਹ ਸਦਾ ਹੀ ਵਿਗਾਸ ਖੇੜੇ ਵਿੱਚ ਰਹਿੰਦੇ ਸੀ। ਭਾਵੇਂ ਪ੍ਰਚਾਰਕ ਸੀ, ਸਿੱਖੀ ਦਾ ਪ੍ਰਚਾਰ ਕਰਦੇ ਸੀ ਵੱਖ ਵੱਖ ਥਾਵਾਂ 'ਤੇ ਜਾ ਕੇ, ਔਰ ਪ੍ਰੇਰ ਕਰਕੇ ਅਨੇਕਾਂ ਪ੍ਰਾਣੀਆਂ ਨੂੰ ਸਤਿਗੁਰੂ ਦੀ ਸ਼ਰਨ ਵਿੱਚ ਲੈ ਕੇ ਆਉਂਦੇ। ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਗੁਰਸਿੱਖਾਂ ਨੂੰ ਚਰਨ ਪਾਹੁਲ ਬਖਸ਼ ਕੇ ਸਤਿਗੁਰੂ ਸਿੱਖੀ ਦਾ ਉਪਦੇਸ਼ ਦਿੰਦੇ ਅਤੇ ਉਹ ਸਿੱਖ ਬਣਦੇ। ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਇਹ ਗੁਰਸਿੱਖੀ ਦੀ ਬੰਸ ਨੂੰ ਵਧਾਉਣ ਵਾਲੇ ਸੀ ਅੱਗੇ। ਸੋ ਕਵਲ ਵਾਂਗ ਇਹ ਸਦਾ ਹੀ ਖਿੜੇ ਰਹਿੰਦੇ ਸਨ। ਗੁਜਰਾਤੇ ਵਿੱਚ ਜਾਣੀਐ, ਭੇਖਾਰੀ ਭਾਬੜਾ ਸੁਲਾਸ। ਸੋ ਗੁਜਰਾਤ ਦੇ ਭਾਈ ਭਿਖਾਰੀ ਭਾਬੜਾ, ਇਹ ਅਗਰਵਾਲ ਬਾਣੀਏ, ਉਹਨਾਂ ਨੂੰ ਭਾਬੜੇ ਕਿਹਾ ਜਾਂਦਾ ਹੈ। ਸੋ ਭਾਈ ਭਿਖਾਰੀ ਜੀ ਇਹ ਗੁਜਰਾਤ ਦੇ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਹੋਏ ਹੈ। ਜਿਹੜਾ ਗੁਜਰਾਤ ਪਾਕਿਸਤਾਨ ਦੇ ਵਿੱਚ ਹੈ, ਇਹਨੂੰ ਗੁਜਰਾਤ ਸਟੇਟ ਨਾ ਸਮਝ ਲਿਓ ਜੋ ਅੱਜ ਕੱਲ੍ਹ ਭਾਰਤ ਦੇ ਵਿੱਚ ਹੈ। ਇਹ ਪਾਕਿਸਤਾਨ ਦੇ ਵਿੱਚ ਇੱਕ ਗੁਜਰਾਤ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਗੁਜਰਾਤੇ ਵਿੱਚ ਜਾਣੀਐ, ਭੇਖਾਰੀ ਭਾਬੜਾ ਸੁਲਾਸ। ਸੁਲਾਸ ਤੋਂ ਭਾਵ ਉਮੰਗ ਵਾਲੇ, ਔਰ ਸਦਾ ਹੀ ਪ੍ਰਸੰਨ ਵਾਲੇ। ਉਮੰਗ ਰਹਿੰਦੀ ਸੀ ਸਿੱਖੀ ਦੀ, ਸਦਾ ਹੀ ਕਮਾਈ ਕਰੀਏ। ਸੋ ਐਸੇ ਇਹ ਭਾਈ ਭਿਖਾਰੀ ਜੀ ਗੁਰੂ ਕੇ ਪਿਆਰੇ ਸਿੱਖ ਹੋਏ ਹੈ। ਅਤੇ ਆਪ ਜੀ ਨੇ ਸੁਣਿਆ ਵੀ ਹੋਵੇਗਾ, ਭਾਈ ਭਿਖਾਰੀ ਜੀ ਦੁੱਖ ਸੁੱਖ ਦੇ ਵਿੱਚ ਇੱਕੋ ਬਿਰਤੀ ਰੱਖਣ ਵਾਲੇ ਸੀ। ਜਦੋਂ ਭਾਈ ਗੁਰਮੁਖ ਨੇ ਮਹਾਰਾਜ ਨੂੰ ਕਿਹਾ ਸੀ, ਸਤਿਗੁਰੂ ਕਿਸੇ ਐਸੇ ਸਿੱਖ ਦੇ ਦਰਸ਼ਨ ਕਰਵਾਓ ਜਿਹੜਾ ਬ੍ਰਹਮ ਗਿਆਨ ਦੇ ਵਿੱਚ ਸਥਿਤ, ਦੁੱਖ ਸੁੱਖ ਤੋਂ ਉੱਪਰ ਉੱਠਿਆ ਹੋਇਆ, ਤਾਂ ਸਤਿਗੁਰੂ ਜੀ ਨੇ ਭਾਈ ਭਿਖਾਰੀ ਜੀ ਦੇ ਕੋਲ ਭੇਜਿਆ ਸੀ। ਔਰ ਸਾਰੇ ਆਪ ਜੀ ਜਾਣਦੇ ਹੋ, ਭਾਈ ਭਿਖਾਰੀ ਨੂੰ ਜਦੋਂ ਗੁਰੂ ਕਾ ਸਿੱਖ ਮਿਲਿਆ ਨਾ, ਤਾਂ ਬੜਾ ਸਤਿਕਾਰ ਕੀਤਾ। ਘਰ ਵਿੱਚ ਵਿਆਹ ਸੀ ਪੁੱਤਰ ਦਾ,
ਔਰ ਸਾਰੇ ਕਾਰਜ ਹੋ ਰਹੇ ਸਨ। ਕਿਤੇ ਹਲਵਾਈ ਲੱਗੇ ਹੈ, ਕਿਤੇ ਹੋਰ ਕਾਰਜ ਹੋ ਰਹੇ ਹੈ। ਅਤੇ ਇੱਕ ਪਾਸੇ ਭਾਈ ਭਿਖਾਰੀ ਜੀ ਜਿਹੜੀਆਂ ਹੇਠਾਂ ਵਿਛਾਉਣ ਵਾਲੀਆਂ ਦਰੀਆਂ ਚਾਦਰਾਂ ਉਹ ਗੰਢ ਰਹੇ ਸਨ, ਸਿਉਂ ਰਹੇ ਸਨ। ਅਤੇ ਬਾਕੀ ਇੱਕ ਪਾਸੇ ਐਸਾ ਸਾਜੋ ਸਮਾਨ ਪਿਆ ਸੀ ਜੋ ਅਰਥੀ ਵਾਲਾ ਹੁੰਦਾ ਹੈ। ਗੁਰਸਿੱਖ ਨੇ ਭਾਈ ਭਿਖਾਰੀ ਨੂੰ ਕਿਹਾ, ਇਹ ਕੀ? ਭਾਈ ਭਿਖਾਰੀ ਨੇ ਕਿਹਾ, ਸਮਾਂ ਆਵੇਗਾ ਦੱਸਾਂਗਾ। ਪੁੱਤਰ ਦਾ ਵਿਆਹ ਹੋਇਆ, ਜੇ ਘਰੇ ਹੀ ਆਇਆ ਪੇਟ ਵਿੱਚ ਐਸਾ ਸੂਲ ਪੈਦਾ ਹੋਇਆ, ਪੁੱਤਰ ਦੀ ਮੌਤ ਹੋ ਗਈ। ਅਤੇ ਭਾਈ ਭਿਖਾਰੀ ਆਪ ਸ਼ਬਦ ਗਾਇਨ ਕਰਦੇ ਹੋਏ ਗਏ, ਸਾਰਾ ਕੁਝ ਹੱਥੀਂ ਕੀਤਾ। ਅਤੇ ਉਹਨਾਂ ਦਰੀਆਂ 'ਤੇ ਆ ਕੇ ਹੀ ਲੋਕ ਬੈਠੇ। ਅਤੇ ਭਾਈ ਭਿਖਾਰੀ ਨੂੰ ਗੁਰੂ ਕਾ ਸਿੱਖ ਕਹਿਣ ਲੱਗਾ, ਭਾਈ ਭਿਖਾਰੀ ਜੇ ਤੁਹਾਨੂੰ ਪਤਾ ਸੀ ਇਹ ਕੁਝ ਹੋਣਾ ਹੈ ਤਾਂ ਸਤਿਗੁਰੂ ਦੇ ਕੋਲੋਂ ਜਾਚਨਾ ਕਰ ਲੈਂਦੇ, ਸਤਿਗੁਰੂ ਵੱਡੀ ਉਮਰ ਦੀ ਦਾਤ ਬਖਸ਼ ਦਿੰਦੇ ਤੇਰੇ ਪੁੱਤਰ ਦੀ। ਭਾਈ ਭਿਖਾਰੀ ਨੇ ਕਿਹਾ, ਨਹੀਂ ਗੁਰਮੁਖਾ, ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਚੰਗਾ ਹੈ, ਪ੍ਰਭੂ ਦੀ ਰਜ਼ਾ ਦੇ ਵਿੱਚ। ਔਰ ਜਿਹੜੀ ਇਹ ਵਿਆਹ ਕੇ ਆਈ ਹੈ ਇਹਦੇ ਵੀ ਕਰਮ ਐਸੇ ਸੀ, ਸੋ ਇਹ ਵੀ ਹੁਣ ਬੰਦਗੀ ਸਿਮਰਨ ਕਰਦਿਆਂ ਆਪਣਾ ਜੀਵਨ ਬਸ਼ਰ ਕਰੇਗੀ। ਸੋ ਐਸੇ ਸਨ ਭਾਈ ਭਿਖਾਰੀ, ਦੁੱਖ ਸੁੱਖ ਵਿੱਚ ਇੱਕ ਰਹਿਣ ਵਾਲੇ ਔਰ ਉਮੰਗ ਵਾਲੇ। ਗੁਰਮੁਖ ਭਾਉ ਭਗਤ ਰਹਿ ਰਾਸ। ਸੋ ਗੁਰਮੁਖਾਂ ਨੇ ਪ੍ਰੇਮਾ ਭਗਤੀ ਨੂੰ ਆਪਣੀ ਰਹੋ ਰੀਤੀ ਬਣਾਇਆ ਹੈ। ਗੁਰਮੁਖ ਸਦਾ ਹੀ ਪ੍ਰੇਮਾ ਭਗਤੀ ਕਰਦੇ ਹੈ। ਹੁਣ ਇਸ ਤੋਂ ਅੱਗੇ 31ਵੀਂ ਪੌੜੀ ਹੈ 11ਵੀਂ ਵਾਰ ਦੀ, ਅਤੇ ਇਹ ਅਖੀਰਲੀ ਪੌੜੀ ਹੈ। 6ਵੇਂ ਗੁਰੂ ਜੀ ਦੇ ਜਿਹੜੇ ਨਾਮੀ ਸਿੱਖ ਹਨ ਉਹਨਾਂ ਦਾ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹੈ। ਸੁਹੰਡੈ ਮਾਈਆ ਲੰਬ ਹੈ, ਸਾਧ ਸੰਗਤ ਗਾਵੈ ਗੁਰਬਾਣੀ। ਹੋਰ ਗੁਰਸਿੱਖਾਂ ਦੇ ਨਾਮ ਸੁਣੋ। ਸੁਹੰਡੇ ਨਗਰ ਦੇ ਵਿੱਚ ਭਾਈ ਮਾਈਆ, ਇਹ ਲੰਬ ਜਾਤੀ ਦੇ, ਜਿਹਨੂੰ ਲਾਂਬਾ ਵੀ ਕਹਿੰਦੇ ਹੈ, ਅੱਜ ਕੱਲ੍ਹ ਕਈ ਨਾਂ ਦੇ ਨਾਲ ਲਾਉਂਦੇ ਵੀ ਹੈ। ਸੋ ਸੁਹੰਡੇ ਨਗਰ ਵਿੱਚ ਭਾਈ ਮਾਈਆ ਇਹ ਲਾਂਬਾ ਜਾਤੀ ਦੇ ਸਨ। ਸਾਧ ਸੰਗਤ ਗਾਵੈ ਗੁਰਬਾਣੀ, ਅਤੇ ਸਦਾ ਹੀ ਇਹ ਸਾਧ ਸੰਗਤ ਦੇ ਵਿੱਚ ਗੁਰੂ ਕੀ ਬਾਣੀ ਗਾਇਆ ਕਰਦੇ ਸੀ। ਚੂਹੜ ਚੌਜੜ ਲਖਨਊ, ਗੁਰਮੁਖ ਅਨ ਦਿਨ ਨਾਮ ਵਖਾਣੀ। ਭਾਈ ਚੂਹੜ ਇਹ ਚੌਜੜ ਜਾਤੀ ਦੇ ਅਤੇ ਲਖਨਊ ਦੇ ਰਹਿਣ ਵਾਲੇ ਸਨ। ਅੱਜ ਕੱਲ੍ਹ ਯੂਪੀ ਦੀ ਇਹ ਰਾਜਧਾਨੀ ਹੈ ਲਖਨਊ, ਅਤੇ ਬੜਾ ਪੁਰਾਣਾ ਸ਼ਹਿਰ ਹੈ। ਨਵਾਬਾਂ ਦਾ ਸ਼ਹਿਰ ਕਿਹਾ ਜਾਂਦਾ ਲਖਨਊ ਨੂੰ। ਬੜੇ ਪੁਰਾਣੇ ਮਹਿਲ ਅੱਜ ਵੀ ਨਵਾਬਾਂ ਦੇ ਉੱਥੇ ਵੇਖਣ ਵਾਲੇ ਹੈ। ਸੋ ਭਾਈ ਚੂਹੜ ਜੀ ਚੌਜੜ ਜਾਤੀ ਦੇ ਲਖਨਊ ਦੇ ਰਹਿਣ ਵਾਲੇ ਸਨ। ਗੁਰਮੁਖ ਅਨ ਦਿਨ ਨਾਮ ਵਖਾਣੀ, ਇਹ ਗੁਰਮੁਖ ਸਨ। ਦਿਨੇ ਰਾਤ ਪਰਮਾਤਮਾ ਦਾ ਨਾਮ ਆਪਣੀ ਰਸਨਾ ਤੋਂ ਜਪਦੇ ਰਹਿੰਦੇ ਸੀ। ਔਰ ਖਾਸ ਕਰਕੇ ਲਖਨਊ ਦੇ ਵਿੱਚ ਔਰ ਇੱਥੇ ਨੇੜੇ ਤੇੜੇ ਦਾ ਜਿੰਨਾ ਇਲਾਕਾ ਭਾਈ ਚੂਹੜ ਜੀ ਉੱਥੇ ਪ੍ਰਚਾਰ ਕਰਿਆ ਕਰਦੇ ਸੀ। 6ਵੇਂ ਪਾਤਸ਼ਾਹ ਦੇ ਸਿੱਖ ਸਨ ਔਰ ਪ੍ਰਚਾਰ ਕਰਨ ਦਾ ਢੰਗ ਵੀ ਇਹਨਾਂ ਦਾ ਬੜਾ ਨਿਵੇਕਲਾ ਸੀ। ਇਹਨਾਂ ਨੇ ਸਾਖੀਆਂ ਸੁਣਾਇਆ ਕਰਨੀਆਂ ਗੁਰੂ ਕੀਆਂ ਸੰਗਤਾਂ ਨੂੰ, ਔਰ ਕੁਝ ਆਪਣੇ ਕੋਲੋਂ ਬਣਾ ਕਰਕੇ ਉਦਾਹਰਣਾਂ ਦੇਣੀਆਂ। ਸੰਗਤ ਬਹੁਤ ਪ੍ਰਭਾਵਿਤ ਹੁੰਦੀ ਸੀ ਔਰ ਫਿਰ ਸਤਿਗੁਰੂ ਦੀ ਸਿੱਖੀ ਨੂੰ ਪਿਆਰ ਦੇ ਨਾਲ ਗੁਰੂ ਕੀਆਂ ਸੰਗਤਾਂ ਧਾਰਨ ਕਰਦੀਆਂ ਸਨ। ਸੋ ਭਾਈ ਚੂਹੜ ਜੀ ਇਹ ਵੱਡੇ ਪ੍ਰਚਾਰਕ ਹੋਏ ਹੈ। ਦਿਨੇ ਰਾਤ ਇਹ ਨਾਮ ਜਪਦੇ ਹੁੰਦੇ ਸੀ। ਸੋ ਇੱਕ ਵਾਰ ਇੱਕ ਰਾਜਾ ਉਹ ਬਾਹਰ ਗਿਆ, ਉਹਨੇ ਆਪਣੀਆਂ ਰਾਣੀਆਂ ਨੂੰ ਲਿਖਿਆ। ਇਹ ਭਾਈ ਚੂਹੜ ਜੀ ਉਹਨਾਂ ਦਾ ਜੀਵਨ ਪੜ੍ਹਦੇ ਆਉਂਦਾ ਹੈ ਕਿ ਕੀ ਵਸਤੂ ਦੀ ਲੋੜ ਹੈ। ਕਿਸੇ ਰਾਣੀ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਇੱਕ ਰਾਣੀ ਐਸੀ ਸੀ ਜਿਸ ਨੂੰ ਜਿਹੜੀ ਨਵੀਂ ਰਾਣੀ ਆਈ ਸੀ ਰਾਜੇ ਨੂੰ ਕਹਿ ਕੇ ਉਹਨੇ ਬਾਹਰ ਕਢਾ ਦਿੱਤਾ ਸੀ ਅਤੇ ਮਹਿਲਾਂ ਤੋਂ ਬਾਹਰ ਹੋ ਰਹਿੰਦੀ ਸੀ। ਰਾਜੇ ਨੇ ਚਿੱਠੀਆਂ ਪਾਈਆਂ ਕੀ ਚਾਹੀਦਾ ਹੈ। ਜਿਹੜੀ ਨਵੀਂ ਰਾਣੀ ਆਈ ਸੀ ਉਹਨੇ ਕਿਹਾ ਸੀ ਮੈਨੂੰ 9 ਲੱਖਾ ਹਾਰ ਚਾਹੀਦਾ ਹੈ, ਅਤੇ ਜਿਹੜੀ ਪੁਰਾਣੀ ਰਾਣੀ ਸੀ ਉਹਨੇ ਕਿਹਾ ਮੈਨੂੰ ਕੋਈ ਹਾਰ ਨਹੀਂ, ਕੋਈ ਕੁਛ ਨਹੀਂ, ਮੈਨੂੰ ਤਾਂ ਤੁਸੀਂ ਚਾਹੀਦੇ ਹੋ। ਰਾਜੇ ਨੇ ਵੇਖਿਆ ਵੀ ਇਹ ਪਹਿਲੀ ਰਾਣੀ ਮੈਨੂੰ ਕਿੰਨੀ ਮੁਹੱਬਤ ਕਰਦੀ ਹੈ, ਦੂਜੀ ਨੂੰ ਤਾਂ ਮੇਰੇ ਧਨ ਦੇ ਨਾਲ ਬਸ ਗਹਿਣੇ ਗੱਟੇ ਦੇ ਨਾਲ ਹੀ ਪਿਆਰ ਹੈ।
9 ਲੱਖਾ ਹਾਰ ਤਾਂ ਉਹਨੂੰ ਦੇ ਦਿੱਤਾ ਨਵੀਂ ਰਾਣੀ ਨੂੰ, ਅਤੇ ਆਪ ਰਾਜਾ ਜਿਹੜੀ ਪਹਿਲੀ ਰਾਣੀ ਸੀ ਉਹਦੇ ਕੋਲ ਜਾ ਕੇ ਉਹਦੇ ਘਰ ਵਿੱਚ, ਉਹਦੇ ਮਹਿਲਾਂ ਵਿੱਚ ਰਹਿਣ ਲੱਗ ਪਿਆ। ਅਤੇ ਫਿਰ ਜਿਹੜੀ ਨਵੀਂ ਰਾਣੀ ਆਈ ਸੀ ਉਹ ਫਿਰ ਹਾਰ ਨੂੰ ਨਾਲੇ ਹੇਠਾਂ ਸੁੱਟ ਕੇ ਨਾਲੇ ਪੈਰਾਂ ਹੇਠਾਂ ਮਿੱਧੇ ਅਤੇ ਨਾਲੇ ਰੋਵੇ। ਇਹ ਗੱਲ ਕਹੇ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ, ਤਾਂ ਹਾਰੇ ਹੱਥ ਨਾ ਲਾਈ। ਵੀ ਜੇ ਇਸ ਹਾਰ ਦੀ ਖਾਤਰ ਹੀ ਮੈਂ ਆਪਣੇ ਸਿਰ ਦੇ ਸਾਈਂ ਨੂੰ ਵਿਛੋੜ ਲੈਣਾ ਸੀ ਅਤੇ ਮੈਂ ਕਾਹਨੂੰ ਹਾਰ ਮੰਗਵਾਇਆ। ਰਾਜੇ ਨੇ ਕਿਹਾ, ਤੈਨੂੰ ਤੇਰਾ ਹਾਰ ਮੁਬਾਰਕ, ਅਤੇ ਇਹਨੇ ਮੇਰੀ ਮੰਗ ਕੀਤੀ ਸੀ, ਮੈਂ ਇਹਨੂੰ ਮੁਬਾਰਕ। ਗੱਲ ਸਮਝਾਈ ਸੀ ਕਿ ਬੰਦੇ ਧਨ ਦੌਲਤ ਬਹੁਤ ਮੰਗਦੇ ਹੈ, ਮਾਇਆ ਸਾਰੇ ਮੰਗਦੇ ਹੈ, ਪਰ ਕੋਈ ਵਿਰਲਾ ਹੀ ਹੁੰਦਾ ਜਿਹੜਾ ਨਿਰੰਕਾਰ ਨੂੰ ਮੰਗਦਾ ਵੀ ਇਹ ਨਿਰੰਕਾਰ ਆਓ ਮੇਰੇ ਹਿਰਦੇ ਵਿੱਚ ਵਾਸ ਕਰੋ, ਸਾਖਿਆਤਕਾਰ ਹੋਵੋ। ਸੋ ਇਸ ਤਰ੍ਹਾਂ ਸਾਖੀਆਂ ਸੁਣਾ ਕੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਭਾਈ ਚੂਹੜ ਜੀ। ਇਹ ਲਖਨਊ ਵਿੱਚ ਪ੍ਰਚਾਰ ਕਰਦੇ ਸੀ। ਗੁਰਮੁਖ ਦਿਨੇ ਰਾਤ ਨਾਮ ਜਪਣ ਵਾਲੇ ਸਨ। ਸਨਮੁਖ ਸਿੱਖ ਪਿਰਾਗ ਵਿੱਚ ਭਾਈ ਭਾਨਾ ਵਿਰਤੀ ਹਾਣੀ। ਸੋ ਪ੍ਰਯਾਗ ਦੇ ਵਿੱਚ, ਪ੍ਰਯਾਗ ਜਿਹੜਾ ਤੀਰਥ ਹੈ ਨਾ ਸਨਾਤਨ ਮਤ ਦਾ ਪ੍ਰਸਿੱਧ ਹੈ, ਸੋ ਪ੍ਰਯਾਗ ਦੇ ਵਿੱਚ ਸਨਮੁਖ ਸਿੱਖ ਗੁਰੂ ਕੇ ਪਿਆਰੇ ਭਾਈ ਭਾਨਾ ਜੀ ਇਹ ਉੱਥੇ ਰਹਿੰਦੇ ਸੀ। ਅਤੇ ਵਿਰਤੀ ਹਾਣੀ, ਇਹਨਾਂ ਦੀ ਬਿਰਤੀ ਸੰਸਾਰ ਦੇ ਪਦਾਰਥਾਂ ਤੋਂ ਉੱਪਰ ਸੀ। ਵੈਰਾਗ ਅਤੇ ਵਿਵੇਕ ਦੇ ਵਿੱਚ ਸਦਾ ਹੀ ਇਹ ਲੀਨ ਰਹਿੰਦੇ ਸਨ। ਜੱਟੂ ਤਪਾ ਸੋ ਜੌਨਪੁਰ, ਗੁਰਮਤਿ ਨਿਹਚਲ ਸੇਵ ਕਮਾਣੀ। ਭਾਈ ਜੱਟੂ ਜੀ ਤਪਾ ਕਹਿੰਦੇ ਸੀ ਸਾਰੇ ਇਹਨਾਂ ਨੂੰ, ਜੱਟੂ ਤਪਾ। ਇਹ ਜੌਨਪੁਰ ਦੇ ਰਹਿਣ ਵਾਲੇ ਸਨ। ਬੜਾ ਵੱਡਾ ਸ਼ਹਿਰ ਹੈ ਜੌਨਪੁਰ, ਉੱਥੋਂ ਦੇ ਰਹਿਣ ਵਾਲੇ ਸੀ। ਔਰ ਬੜੀ ਦ੍ਰਿੜਤਾ ਦੇ ਨਾਲ ਗੁਰੂ ਦੀ ਮੱਤ 'ਤੇ ਧਾਰ ਕੇ ਇਹਨਾਂ ਨੇ ਸੇਵਾ ਕੀਤੀ। ਪਟਣੇ ਸੱਭਰਵਾਲ ਹੈ, ਨਵਲ ਨਿਹਾਲਾ ਸੁਧ ਪ੍ਰਾਣੀ। ਪਟਨੇ ਸ਼ਹਿਰ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਤੋਂ ਗੁਰਸਿੱਖੀ ਹੈ, ਭਾਈ ਨਵਲ ਅਤੇ ਭਾਈ ਨਿਹਾਲਾ ਇਹ ਸੱਭਰਵਾਲ ਸਨ ਦੋਵੇਂ ਹੀ। ਅਤੇ ਬੰਦਗੀ ਸਿਮਰਨ ਕਰਕੇ ਇਹਨਾਂ ਦਾ ਹਿਰਦਾ ਸ਼ੁੱਧ ਹੋਇਆ, ਨਿਰਮਲ ਹੋਇਆ। ਇਹ ਸ਼ੁੱਧ ਪ੍ਰਾਣੀ ਸੀ, ਸੱਚੇ ਸੁੱਚੇ ਬੰਦੇ ਸੀ, ਬਿਲਕੁਲ ਦਿਲ ਦੇ ਸਾਫ਼ ਬੰਦੇ। ਐਸੇ ਸਨ ਦੋਵੇਂ ਭਾਈ ਨਵਲ ਅਤੇ ਨਿਹਾਲਾ। ਜੈਤਾ ਸੇਠ ਵਖਾਣੀ ਹੈ, ਵਿਣ ਗੁਰ ਸੇਵਾ ਹੋਰ ਨਾ ਜਾਣੀ। ਭਾਈ ਜੈਤਾ ਜੀ ਇਹ ਸੇਠ ਕਹੇ ਜਾਂਦੇ ਸਨ, ਸੇਠ ਸਨ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਹੋਏ ਹੈ। ਗੁਰੂ ਦੀ ਸੇਵਾ ਤੋਂ ਬਿਨਾਂ ਹੋਰ ਕੁਝ ਜਾਣਦੇ ਹੀ ਨਹੀਂ ਸੀ, ਸਦਾ ਗੁਰੂ ਦੀ ਸੇਵਾ ਦੇ ਵਿੱਚ ਹੀ ਲੱਗੇ ਰਹਿੰਦੇ ਸੀ। ਰਾਜ ਮਹਿਲ ਭਾਨੂ ਬਹਿਲ, ਭਾਉ ਭਗਤ ਗੁਰਮਤਿ ਮਨ ਭਾਣੀ। ਰਾਜ ਮਹਿਲ ਖਾਲਸਾ ਜੀ ਇੱਕ ਵੱਡੇ ਸ਼ਹਿਰ ਦਾ ਨਾਮ ਹੈ ਜੋ ਗੰਗਾ ਦੇ ਕਿਨਾਰੇ 'ਤੇ ਵਸਿਆ ਹੋਇਆ ਬੰਗਾਲ ਵਿੱਚ ਹੈ। ਅੱਜ ਕੱਲ੍ਹ ਸ਼ਾਇਦ ਬਿਹਾਰ ਵਿੱਚ ਹੋਵੇ, ਪਤਾ ਨਹੀਂ। ਇਹ ਗੰਗਾ ਦੇ ਕਿਨਾਰੇ ਦਾ ਸ਼ਹਿਰ ਹੈ, ਵੱਡਾ ਸ਼ਹਿਰ ਹੈ। ਰਾਜ ਮਹਿਲ ਭਾਨੂ ਬਹਿਲ। ਰਾਜ ਮਹਿਲ ਦੇ ਵਿੱਚ ਭਾਈ ਭਾਨੂ ਜੀ ਇਹ ਬਹਿਲ ਜਾਤੀ ਦੇ ਸਨ। ਅਤੇ ਪ੍ਰੇਮਾ ਭਗਤੀ ਅਤੇ ਗੁਰੂ ਦੀ ਮੱਤ ਇਹਨਾਂ ਨੇ ਮਨ ਵਿੱਚ ਵਸਾਈ। ਇਹਨਾਂ ਦੇ ਮਨ ਦੇ ਵਿੱਚ ਗੁਰੂ ਦੀ ਮੱਤ ਬਹੁਤ ਹੀ ਚੰਗੀ ਲੱਗਦੀ ਅਤੇ ਪ੍ਰੇਮਾ ਭਗਤੀ ਕਰਦੇ ਸਨ। ਸਨਮੁਖ ਸੋਢੀ ਬਦਲੀ, ਸੇਠ ਗੋਪਾਲੈ ਗੁਰਮਤਿ ਜਾਣੀ। ਸੋਢੀਆਂ ਦੇ ਵਿੱਚੋਂ ਭਾਈ ਬਦਲੀ ਜੀ ਹੋਏ ਹੈ, ਅਤੇ ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਸਿੱਖ ਸਨ। ਸਤਿਗੁਰੂ ਦੇ ਉਪਦੇਸ਼ਾਂ ਨੂੰ ਸਦਾ ਕਮਾਉਣ ਵਾਲੇ। ਸੇਠ ਗੋਪਾਲੈ ਗੁਰਮਤਿ ਜਾਣੀ, ਅਤੇ ਭਾਈ ਗੋਪਾਲਾ ਸੇਠ ਇਹ ਗੁਰੂ ਦੀ ਮੱਤ ਨੂੰ ਜਾਣਨ ਵਾਲੇ ਹੋਏ ਹੈ। ਗੁਰੂ ਦੀ ਮੱਤ ਨੂੰ ਜਾਣ ਕੇ ਹੋਰਾਂ ਤਾਈਂ ਪਹੁੰਚਾਉਂਦੇ ਸਨ। ਸੁੰਦਰ ਚੱਡਾ ਆਗਰੈ, ਢਾਕੈ ਮੋਹਣ ਸੇਵ ਕਮਾਣੀ। ਭਾਈ ਸੁੰਦਰ ਚੱਡਾ ਜਾਤੀ ਦੇ ਇਹ ਆਗਰੇ ਦੇ ਰਹਿਣ ਵਾਲੇ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਪਿਆਰੇ ਸਿੱਖ ਹੋਏ ਹੈ। ਅਤੇ ਢਾਕਾ ਜਿਹੜਾ ਅੱਜ ਕੱਲ੍ਹ ਬੰਗਲਾਦੇਸ਼ ਦੀ ਰਾਜਧਾਨੀ ਹੈ, ਢਾਕੇ ਦੇ ਵਿੱਚ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ। ਅਤੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਉੱਧਰ ਪ੍ਰਚਾਰ ਦੌਰੇ 'ਤੇ ਗਏ, ਸਤਿਗੁਰੂ ਨੇ ਵੀ ਮੁਬਾਰਕ ਚਰਨ ਪਾਏ। ਸੋ ਜਿਹੜਾ ਰਾਜ ਮਹਿਲ ਪੈਂਦਾ ਇੱਥੇ ਵੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਚਰਨ ਪਾ ਕੇ ਗਏ ਸੀ। ਸੋ
ਢਾਕੇ ਦੇ ਵਿੱਚ ਭਾਈ ਮੋਹਨ ਜੀ ਇਹਨਾਂ ਨੇ ਸੇਵਾ ਕਮਾਈ, ਬਹੁਤ ਸੇਵਾ ਕੀਤੀ। ਸਾਧ ਸੰਗਤ ਵਿਟਹੁ ਕੁਰਬਾਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮੈਂ ਸਤਿਗੁਰੂ ਦੀ ਸਾਧ ਸੰਗਤ ਤੋਂ ਸਦਾ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਇਹ ਛੇਵੇਂ ਪਾਤਸ਼ਾਹ ਦੇ ਵੱਖ-ਵੱਖ ਨਗਰਾਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਹੋਏ ਹੈ। ਖਾਲਸਾ ਜੀ ਇੱਥੇ 11ਵੀਂ ਵਾਰ ਜਿਹੜੀ ਹੈ ਸੰਪੂਰਨ ਹੋਈ ਹੈ। ਇਸ 11ਵੀਂ ਵਾਰ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਸਾਡਾ ਗੁਰੂ ਕਾਲ ਵੇਲੇ ਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਦੇ ਜਿਹੜੇ ਨਾਮੀ ਸਿੱਖ ਹੋਏ ਹੈ, ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਵਿੱਚ ਕੀਤਾ ਹੈ। ਇਹਨਾਂ ਸਾਰੇ ਸਿੱਖਾਂ ਦੀਆਂ ਸਾਖੀਆਂ ਹਨ, ਅਨੇਕਾਂ ਦੀਆਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਹਨ। ਅਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਜੋ 11ਵੀਂ ਵਾਰ ਦਾ ਟੀਕਾ ਕੀਤਾ ਉਹਦੇ ਵਿੱਚ ਵੀ। ਸੋ ਵਿਸਥਾਰ ਦੇ ਡਰ ਕਰਕੇ ਇਹ ਸਾਖੀਆਂ ਬਹੁਤੀਆਂ ਆਪ ਦੇ ਨਾਲ ਸਾਂਝੀਆਂ ਨਹੀਂ ਕੀਤੀਆਂ, ਕਿਉਂਕਿ 300 ਤੋਂ ਉੱਪਰ ਸਿੱਖਾਂ ਦੇ ਨਾਮ ਨੇ। ਸੋ ਇਸ ਲਈ ਸਮਾਂ ਬਹੁਤ ਜ਼ਿਆਦਾ ਲੱਗ ਜਾਣਾ ਸੀ। ਸੋ ਇਹ ਸਾਰੇ ਹੀ ਗੁਰੂ ਕੇ ਪਿਆਰੇ ਸਿੱਖ ਹੋਏ ਹੈ, ਬੰਦਗੀ ਸੇਵਾ ਸਿਮਰਨ ਵਾਲੇ। ਅਤੇ ਇਹ ਐਸੇ ਸਿੱਖ ਹੋਏ ਹੈ, ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਇਹਨਾਂ ਸਿੱਖਾਂ ਨੂੰ ਜੀਓ ਕਹੀਏ, ਸਤਿਕਾਰ ਦੇ ਨਾਲ ਇਹਨਾਂ ਸਿੱਖਾਂ ਦਾ ਨਾਮ ਲਈਏ, ਅਤੇ ਜਮਾਂ ਦੀ ਤਲਬ ਨਹੀਂ ਹੁੰਦੀ। ਸੋ ਐਸੇ ਇਹ ਬੰਦਗੀ ਸਿਮਰਨ ਵਾਲੇ ਸਿੱਖ ਸਨ ਸਾਰੇ ਹੀ, ਜਿਨ੍ਹਾਂ ਨੇ ਸਿੱਖੀ ਕਮਾ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸੁੰਦਰ ਚੱਡਾ ਆਗਰੈ ਢਾਕੈ ਮੋਹਨ ਸੇਵ ਕਮਾਣੀ। ਸਾਧ ਸੰਗਤ ਵਿਟਹੁ ਕੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।